एक फिल्म आई है कश्मीर फाइल्स, वेख्यो इस करके वेख्यो कि ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗੇ कि स्टेट ਦੇ ਵੱਲੋਂ ਨਰੇਟਿਵ ਕਿਵੇਂ ਸਿਰਜਿਆ ਜਾਂਦਾ ਹੈ। ਉਹ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਤੁਸੀਂ ਸਿੱਖ ਸੰਘਰਸ਼ ਤੋਂ ਬਾਅਦ ਦੀਆਂ ਉਹ ਅਖਬਾਰਾਂ ਜਿਹੜੀਆਂ ਬਿਲਕੁਲ ਸਟੇਟ ਨੂੰ ਪ੍ਰੈਜ਼ੈਂਟ ਕਰਦੀਆਂ ਨੇ, ਜਿਹਦੇ 'ਚ ਬਾਰ-ਬਾਰ ਆਵੇਗਾ ਕਿ ਪੰਜਾਬ ਦੇ ਵਿੱਚ 35,000 ਹਿੰਦੂ ਦਾ ਕਤਲ ਕਰ ਦਿੱਤਾ ਗਿਆ, ਜਦੋਂ ਕਿ ਕਿਤੇ ਵੀ ਇੰਝ ਨਹੀਂ ਹੋਇਆ। ਪਰ ਜਿਹੜਾ ਉਸ ਅਖਬਾਰਾਂ ਦੀ ਮੀਡੀਆ ਦੀ ਪੇਸ਼ਕਾਰੀ ਸੀ, ਉਸ ਨੇ ਲੋਕਾਂ ਦੇ ਸਾਹਮਣੇ ਇਹ ਗੱਲ ਲੋਕਾਂ ਦੇ ਮਨਾਂ 'ਚ ਘਰ ਕਰਵਾ ਦਿੱਤੀ ਕਿ ਪੰਜਾਬ 'ਚ ਬੇਦੋਸ਼ 35,000 ਹਿੰਦੂ ਦਾ ਕਤਲ ਹੋਇਆ। ਵੀਰ ਜੀ ਜਸਬੀਰ ਸਿੰਘ ਬੈਠੇ ਵੀਰ ਜੀ, ਕਦੀ ਇਹ ਸੱਚ ਹੈ? ਇੰਨੀਆਂ RTI, ਇੰਨਾ ਇਹਦਾ ਸੱਚ, ਇੰਨਾ ਸਭ ਕੁਝ ਸਾਹਮਣੇ ਪਿਆ ਸੀ, ਅਸੀਂ ਕਹਿ ਕੇ ਬੋਲ ਕੇ ਵੀ ਇਸ ਝੂਠ ਦੇ ਨਰੇਟਿਵ ਨੂੰ ਅਜੇ ਤੱਕ ਨਹੀਂ ਤੋੜ ਸਕੇ। ਹੁਣ ਕੀ ਹੋਇਆ ਉਸ ਫਿਲਮ ਦੇ ਵਿੱਚ? ਉਸ ਫਿਲਮ ਦੇ ਵਿੱਚ ਕਿਹਾ ਗਿਆ ਕਿ 4000 ਜਿਹੜਾ ਕਸ਼ਮੀਰੀ ਪੰਡਤ ਹੈ ਉਹ ਇਸ ਗੱਲ ਤੋਂ ਪ੍ਰਭਾਵਿਤ ਹੋਇਆ, ਫਿਲਮ ਦਾ ਡਾਟਾ। ਉਸ ਤੋਂ ਬਾਅਦ ਅੱਗੇ ਆ ਜਾਈਏ, ਜਿਹੜੀ ਕਸ਼ਮੀਰੀ ਪੰਡਤ ਵੈਲਫੇਅਰ ਐਸੋਸੀਏਸ਼ਨ ਹੈ ਉਹ ਕਹਿੰਦੇ ਨੇ ਕਿ ਤਕਰੀਬਨ 2000 ਹਿੰਦੂ ਪਰਿਵਾਰ ਪ੍ਰਭਾਵਿਤ ਹੋਇਆ। ਹੋਰ ਪਿੱਛੇ ਆ ਜਾਈਏ, ਜਿਹੜੀ ਜੰਮੂ ਕਸ਼ਮੀਰ ਅਸੈਂਬਲੀ ਹੈ ਉਹ ਕਹਿੰਦੀ ਕਿ ਤਕਰੀਬਨ ਕੋਈ 619 ਪਰਿਵਾਰ ਪ੍ਰਭਾਵਿਤ ਹੋਏ ਨੇ। ਤੇ ਸਟੇਟ ਨੂੰ ਜਦੋਂ RTI ਪਾ ਕੇ ਪੁੱਛਿਆ ਗਿਆ ਕਿ ਕਿੰਨੇ ਲੋਕਾਂ ਦੀ ਮੌਤ ਜਾਂ ਕਿੰਨੇ ਬੇਗੁਨਾਹ ਮਾਰੇ ਗਏ ਨੇ, ਉਹ ਕਹਿੰਦੇ 1/90 89। ਹੁਣ 99 ਨੂੰ 6000 ਤੇ ਲੈ ਕੇ ਜਾਣਾ, ਉਸ ਨਰੇਟਿਵ ਨੂੰ ਸੈੱਟ ਕਰਨਾ, ਉਸ ਨੂੰ ਤੁਸੀਂ ਕਿਵੇਂ ਤੋੜੋਗੇ? ਇਹ ਜਾਣਕਾਰੀ ਤੱਕ ਸਾਰਿਆਂ ਨੂੰ ਹੋਵੇਗੀ, ਫਿਲਮ ਦੇ ਵਿੱਚ ਆਹ ਗੱਲ ਵਿਖਾਈ ਗਈ, ਪਰ ਇਹਦੇ ਸਾਹਮਣੇ ਵਿਖਾਇਆ ਕੀ ਗਿਆ ਤੇ ਇਹਦੇ ਪਿੱਛੇ ਸੱਚ ਕੀ ਹੈ? ਉਸ ਸੱਚ ਦੇ ਵਾਸਤੇ ਤੁਹਾਨੂੰ ਸੱਚ ਦੀ ਘੋਖ ਕਰਨੀ ਪਵੇਗੀ। ਅਗਲੀ ਗੱਲ, ਦੀਪ ਇੱਕ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਸੋਚ ਦਾ ਅਲੰਬਰਦਾਰ ਹੈ। ਉਹ ਸੋਚ ਪੰਜਾਬ ਦੇ ਵਿੱਚ ਪਈ ਹੈ। ਉਹ ਸੋਚ ਐਵੇਂ ਨਹੀਂ ਹੈ ਕਿ ਮੈਂ ਦੀਪ ਵਰਗੇ ਕੱਪੜੇ ਪਾ ਲਵਾਂ ਤੇ ਮੈਂ ਦੀਪ ਬਣ ਜਾਊਂਗਾ, ਨਹੀਂ, ਜਾਂ ਮੈਂ ਦੀਪ ਵਰਗਾ ਵਿਖਾਵਾ ਕਰਾਂ ਤੇ ਦੀਪ ਬਣ ਜਾਊਂਗਾ, ਜਾਂ ਦੀਪ ਵਰਗੀ ਮੇਰੇ ਕੋਲ ਗੱਡੀ ਹੋਵੇ ਤੇ ਮੈਂ ਦੀਪ ਬਣ ਜਾਊਂਗਾ। ਇਹ ਸੋਚ ਇੰਜ ਦੀ ਨਹੀਂ। ਇਹ ਸੋਚ ਹੁੰਦੀ ਹੈ ਕਿ ਜਿਹੜੀ ਤੁਹਾਡੀ ਸਮੂਹਿਕ ਚੇਤਨਤਾ, ਜਿਹੜੀ ਤੁਹਾਡੀ ਕਲੈਕਟਿਵ ਕੌਨਸ਼ੀਅਸਨੈਸ ਆ, ਜਿਹੜਾ ਉਹਦੇ ਅੰਦਰ ਅਵਚੇਤਨ ਮਨ ਦੇ ਵਿੱਚ ਜਿਹੜਾ ਜਾਗਰੂਕ ਅੰਸ਼ ਪਿਆ, ਤੁਸੀਂ ਉਹਦੀ ਸ਼ਨਾਖਤ ਕਿਵੇਂ ਕਰਨੀ? ਦੀਪ ਦੀ ਗੱਲ ਨੂੰ ਤੁਸੀਂ ਇਸ ਕਰਕੇ ਸ਼ਿੱਦਤ ਤੇ ਗੰਭੀਰਤਾ ਦੇ ਨਾਲ ਮਹਿਸੂਸ ਕੀਤਾ ਹੈ ਕਿਉਂਕਿ ਉਹ ਜੋ ਕਹਿੰਦਾ ਸੀ ਉਸ ਗੱਲ ਤੇ ਕਾਇਮ ਸੀ। ਇੱਕ ਅਹਿਮ ਅੰਤਰ ਇਹ ਸੀ। ਦੂਸਰੀ ਗੱਲ, ਵੇਖਣ ਨੂੰ ਅਸੀਂ ਸਾਰੇ ਇੱਕੋ ਜਿਹੇ ਲੱਗਦੇ, ਸਾਨੂੰ ਇੰਝ ਲੱਗਦਾ ਕਿ ਮੈਨੂੰ ਵੀ ਲੱਗਦਾ ਜੋ ਮੈਂ ਬੋਲ ਰਿਹਾ ਨਾ, ਮੇਰੇ ਤੋਂ ਵੱਡੀ ਗੱਲ ਕੋਈ ਨਹੀਂ ਕਰਦਾ ਹੋਣਾ। ਕਿਸੇ ਹੋਰ ਬੁਲਾਰੇ ਨੂੰ ਲੱਗਦਾ ਹੈ ਜੋ ਮੈਂ ਬੋਲ ਰਿਹਾ ਮੇਰੇ ਤੋਂ ਵੱਡੀ ਗੱਲ ਕੋਈ ਨਹੀਂ ਕਰੇਗਾ। ਦਰਅਸਲ ਅੰਤਮ ਸੱਚ ਤਾਂ ਉੱਥੇ ਹੈ ਕਿ ਕੀਤੀ ਹੋਈ ਗੱਲ ਕੌਮ ਨੂੰ ਅਸਰ ਅੰਦਾਜ਼ ਕਿੱਦਾਂ ਕਰਦੀ ਹੈ। ਕੋਈ ਅਹਿਮੀਅਤ ਨਹੀਂ ਬੁਲਾਰੇ ਦੀ। ਅਹਿਮੀਅਤ ਇਸ ਗੱਲ ਦੀ ਹੈ ਕਿ ਕੀਤੀ ਹੋਈ ਜਿਹੜੀ ਗੱਲ ਹੈ ਉਹ ਅਸਰ ਅੰਦਾਜ਼ ਕਿੱਦਾਂ ਕਰਦੀ ਹੈ। ਸਭ ਤੋਂ ਵੱਡੀ ਅਹਿਮੀਅਤ ਇਸ ਗੱਲ ਦੀ ਹੈ। ਹੁਣ ਜਦੋਂ ਤੁਸੀਂ ਉਸ ਅਹਿਮੀਅਤ ਨੂੰ ਸਮਝਣਾ, ਤੇ ਮੈਂ ਤੁਹਾਨੂੰ ਬੁੱਧ ਦੇ ਜੀਵਨ ਦੇ ਵਿੱਚ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਬੁੱਧ ਦੇ ਕੋਲ ਉਸਦੇ 2 ਭਿਕਸ਼ੂ, ਉਸਦੇ 2 ਚੇਲੇ ਆਏ ਨੇ। ਬੁੱਧ ਨੂੰ ਕਹਿੰਦੇ ਨੇ ਕੋਈ ਸਿੱਖਿਆ ਦੇ, ਕੋਈ ਸਿੱਖਿਆ ਦੇ ਸਨ। ਬੁੱਧ ਕੀ ਕਰਦਾ ਹੈ? ਕੋਈ ਜ਼ੁਬਾਨ 'ਚੋਂ ਸਿੱਖਿਆ ਨਹੀਂ ਦਿੰਦਾ, ਕੋਈ ਉਪਦੇਸ਼ ਨਹੀਂ ਦਿੰਦਾ। ਬੁੱਧ ਦੇ ਕੋਲ 2 ਬਾਟੇ ਪਏ ਹੁੰਦੇ ਨੇ, ਇੱਕੋ ਜਿਹੀ ਸ਼ਕਲ ਹੈ, ਇੱਕੋ ਜਿਹਾ ਰੰਗ ਰੂਪ ਹੈ, ਇੱਕੋ ਜਿਹਾ ਆਕਾਰ ਹੈ। ਉਹ ਦੋਵੇਂ ਹੀ ਆਪਣੇ ਇੱਕ ਭਿਕਸ਼ੂ ਨੂੰ ਦੇ ਦਿੰਦਾ, ਕਹਿੰਦਾ ਆਹ ਲਓ ਬਾਟੇ। ਕਹਿੰਦਾ ਹੁਣ ਇਹਨਾਂ ਦੇ ਬਾਰੇ ਦੱਸੋ। ਉਹ ਦੋਵੇਂ ਬਾਟਿਆਂ ਦੀ ਖੂਬੀ ਬਿਆਨ ਕਰਦੇ ਨੇ। ਕਹਿੰਦੇ ਜੀ ਇਹ ਦੋਵੇਂ ਇੱਕੋ ਜਿਹੇ ਨੇ, ਇਹਨਾਂ ਦੋਹਾਂ ਦੇ ਵਿੱਚ ਕਿਸੇ ਚੀਜ਼ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਇਹਨਾਂ ਦੋਵਾਂ ਦੇ ਵਿੱਚ ਕੁਝ ਪਾਇਆ ਜਾ ਸਕਦਾ ਹੈ, ਇਹਨਾਂ ਦੋਹਾਂ ਦੇ ਨਾਲ ਕੁਝ ਪੀਤਾ ਵੀ ਜਾ ਸਕਦਾ ਹੈ, ਇਹਨਾਂ ਦੋਹਾਂ 'ਚ ਭੋਜਨ ਪਾ ਕੇ ਖਾਧਾ ਵੀ ਜਾ ਸਕਦਾ ਹੈ। ਬੁੱਧ ਕਹਿੰਦਾ ਠੀਕ ਹੈ। ਕਹਿੰਦਾ ਹੁਣ ਬਾਹਰ ਜਾਓ ਤੇ ਹਥੌੜੇ ਦੇ ਨਾਲ ਦੋਵਾਂ ਨੂੰ ਤੋੜ ਕੇ ਲੈ ਕੇ ਆਓ। ਦੋਵੇਂ ਤੋੜ ਕੇ ਟੁਕੜੇ ਟੁਕੜੇ ਕਰਕੇ ਲੈ ਕੇ ਆਉਂਦੇ ਨੇ। ਬੁੱਧ ਕਹਿੰਦਾ ਹੁਣ ਅੰਤਰ ਕੀ ਹੈ? ਹੁਣ ਜਿਹਦੇ ਕੋਲ ਇੱਕ ਪਹਿਲਾ ਬਾਟਾ ਹੈ ਨਾ ਤੇ ਜਿਹਦੇ ਕੋਲ ਦੂਜਾ ਬਾਟਾ ਹੈ, ਹੁਣ ਉਹ ਦੋਵੇਂ ਅੰਤਰ ਦੱਸਦੇ ਨੇ। ਕਹਿੰਦੇ ਅੰਤਰ ਇਹ ਹੈ ਕਿ ਆਹ ਜਿਹੜਾ ਬਾਟਾ ਹੈ ਇਹ ਪਿੱਤਲ ਦਾ ਸੀ, ਇਹ ਟੁੱਟ ਗਿਆ ਤੇ ਇਹਦਾ ਕੋਈ ਮੁੱਲ ਨਹੀਂ। ਦੂਜਾ ਬਾਟਾ ਸੋਨੇ ਦਾ ਸੀ, ਉਹਦਾ ਟੁੱਟਣ ਤੋਂ ਬਾਅਦ ਵੀ ਓਨਾ ਹੀ ਮੁੱਲ ਹੈ।
ਇਹਦਾ ਮਤਲਬ ਕੀ ਹੈ ਕਿ ਜਿੰਨਾ ਚਿਰ ਤੱਕ ਕਿਸੇ ਵੀ ਵਿਚਾਰਧਾਰਾ ਨੂੰ ਡਿਲੀਵਰ ਕਰਨ ਵਾਲੀ ਜਿਹੜੀ ਚੀਜ਼ ਹੈ, ਜੇਕਰ ਉਹ ਕਪਟ ਤੋਂ, ਬੇਈਮਾਨੀ ਤੋਂ, ਛਲ ਤੋਂ ਤੇ ਧੋਖੇ ਤੋਂ ਰਹਿਤ ਹੈ, ਤੇ ਉਹ ਫਿਰ ਉਹ ਭਾਂਡਾ ਬਣ ਸਕਦੀ ਹੈ ਜਿਹਦੇ ਤੋਂ ਲੋਕੀ ਗ੍ਰਹਿਣ ਕਰ ਸਕਦੇ ਨੇ, ਨਹੀਂ ਤੇ ਨਹੀਂ। ਹੁਣ ਦੀਪ ਦੇ ਟੁੱਟਣ ਤੋਂ ਬਾਅਦ ਵੀ ਤੁਸੀਂ ਉਸ ਨੂੰ ਕਿਉਂ ਯਾਦ ਕਰਦੇ ਹੋ? ਕਿਉਂਕਿ ਉਹਦੇ ਵਿੱਚ ਬੇਈਮਾਨੀ ਤੇ ਧੋਖਾ ਨਹੀਂ ਸੀ। ਬਸ ਇਹੀ ਇੱਕ ਅੰਤਰ ਹੈ। ਉਹਦੇ 'ਚ ਬੇਈਮਾਨੀ ਨਹੀਂ ਸੀ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਸੀ। ਬਾਕੀ ਜਿਹੜੀਆਂ ਗੱਲਾਂ ਨੇ, ਦੀਪ ਵੀ ਤਾਂ ਇੰਝ ਹੀ ਪੜ੍ਹਦਾ ਸੀ ਜਿਵੇਂ ਅਸੀਂ ਪੜ੍ਹਦੇ ਹਾਂ, ਉਹ ਵੀ ਇੰਝ ਹੀ ਸੁਣਦਾ ਸੀ ਜਦੋਂ ਅਸੀਂ ਜਿਵੇਂ ਸੁਣਦੇ ਹਾਂ, ਉਹ ਵੀ ਇੰਝ ਹੀ ਸਮਝਦਾ ਸੀ। ਮੈਂ ਇੱਕ ਤੁਹਾਡੇ ਨਾਲ ਗੱਲ ਕਰਦਾ, ਇੱਕ ਦਿਨ ਮੈਨੂੰ ਦੀਪ ਦਾ ਫੋਨ ਆਉਂਦਾ, ਮੈਨੂੰ ਕਹਿੰਦਾ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਜ਼ਮਾਨਤ ਹੋ ਚੁੱਕੀ ਸੀ ਤੇ ਬਾਅਦ ਦੀਆਂ ਗੱਲਾਂ ਨੇ, ਤੇ ਮੈਂ ਕਿਹਾ ਦੀਪ ਤੂੰ ਪਿੰਡ ਆ ਜਾ। ਕਹਿੰਦਾ ਮੈਂ ਲੇਟ ਬੜੇ ਹੋ ਜਾਣਾ, ਤੇ ਇੱਕ ਕੰਮ ਹੋਰ ਵੀ ਬੜਾ ਜ਼ਰੂਰੀ ਹੈ, ਤੁਸੀਂ ਮੇਰੇ ਕੋਲ ਲੁਧਿਆਣੇ ਆ ਜਾਓ। ਇੱਥੇ ਤਰੀਕੇ ਪਿੰਡ ਦੇ ਵਿੱਚ ਹੀ ਜਿੱਥੇ ਉਹਦੀ ਸਿਹਾਇਸ਼ ਸੀ, ਜਦੋਂ ਮੈਂ ਇੱਥੇ ਆਉਣਾ ਤੇ ਮੇਰੇ ਆਉਣ ਤੋਂ ਪਹਿਲਾਂ ਸਰਦਾਰ ਅਜਮੇਰ ਸਿੰਘ ਵੀ ਉੱਥੇ ਬੈਠੇ ਹੋਏ ਨੇ। ਹੁਣ ਦੋ ਅਸੀਂ ਆਪਣੇ ਆਪ ਨੂੰ ਸਮਝਦੇ ਕਿ ਅਜਮੇਰ ਸਿੰਘ ਹੁਣੀ ਤਾਂ ਸਾਡੇ ਤੋਂ ਬਹੁਤ ਵੱਡੇ ਨੇ, ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ। ਉਹ ਵੱਡੇ ਇੱਕ ਰਾਈਟਰ, ਇੱਕ ਸਿੱਖ ਰਾਜਨੀਤੀ ਦੇ ਉੱਪਰ ਚੰਗੀ ਪਕੜ ਰੱਖਣ ਵਾਲੇ। ਮੇਰਾ ਸੰਬੰਧ ਇਤਿਹਾਸਕਾਰੀ ਦੇ ਨਾਲ, ਜਦੋਂ ਅਸੀਂ ਦੋਵੇਂ ਬੈਠਦੇ ਹਾਂ ਤੇ ਦੀਪ ਦਾ ਜਿਹੜਾ ਸਵਾਲ ਸੀ ਉਹ ਬੜਾ ਅਹਿਮ ਸੀ। ਪਰ ਇਹ ਵੀ ਨਾ ਸਮਝੀਏ ਕਿ ਉਹ ਸਾਡੇ ਜਵਾਬ ਦੇ ਅਨੁਕੂਲ ਹੀ ਤੁਰਿਆ, ਨਹੀਂ। ਉਹਦਾ ਇੱਕ ਆਪਣਾ ਵੀ ਰਾਹ ਹੁੰਦਾ ਸੀ। ਜੇ ਅਸੀਂ ਕਹੀਏ ਨਾ ਅਸੀਂ ਦੀਪ ਨੂੰ ਕੁਝ ਸਿਖਾਇਆ, ਕਈ ਵਾਰੀ ਸਟੇਜ ਤੋਂ ਕਹਿ ਦਿੱਤਾ ਜਾਂਦਾ ਜੀ ਦੀਪ ਸਰਦਾਰ ਅਜਮੇਰ ਸਿੰਘ ਤੇ ਡਾਕਟਰ ਉਦੋਂ ਕਿਹਦੇ ਕੋਲੋਂ ਬਹੁਤ ਸਿੱਖਦਾ ਸੀ, ਨਹੀਂ। ਅਸੀਂ ਸਿਖਾਇਆ ਨਹੀਂ, ਅਸੀਂ ਉਹਦੇ ਕੋਲ ਸਿੱਖਿਆ ਵੀ ਬਹੁਤ ਹੈ, ਕਿਉਂਕਿ ਜਿਹੜੇ ਉਹਦੇ ਸਵਾਲ ਹੁੰਦੇ ਸੀ ਉਹਨਾਂ ਦੇ ਜਵਾਬ ਦੇਣ ਦੇ ਵਾਸਤੇ ਸਾਨੂੰ ਵੀ ਪੜ੍ਹਨਾ ਪੈਂਦਾ ਸੀ। ਹੁਣ ਉਸ ਦਿਨ 3 ਘੰਟੇ ਲਗਾਤਾਰ ਇੱਕ ਮੁੱਦੇ ਦੇ ਉੱਪਰ ਚਰਚਾ ਹੁੰਦੀ ਹੈ। ਉਹ ਮੁੱਦਾ ਸੱਚੀ ਤੁਸੀਂ ਵੀ ਸਮਝ ਲਓਗੇ। ਉਹ ਮੁੱਦਾ ਕੀ ਹੈ? ਹੁਣੇ ਅਰਦਾਸ ਹੋਣੀ ਹੈ, ਅਰਦਾਸ ਤੋਂ ਬਾਅਦ ਅਸੀਂ ਸਾਰਿਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜੇ ਹੋ ਜਾਣਾ। ਇਵੇਂ ਦਾ ਉਹਦਾ ਸਵਾਲ ਸੀ। ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ, ਤੇ ਚਾਹੇ ਕੋਈ ਨਾਸਤਕ ਵੀ ਹੈ, ਲੈਫਟਿਸਟ ਆਈਡੀਓਲੋਜੀ ਵਾਲਾ, ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ, ਇੱਥੇ ਉਹਨੇ ਵੀ ਖੜੇ ਹੋ ਜਾਣਾ। ਤੇ ਖੜੇ ਹੋ ਕੇ ਸਾਰਿਆਂ ਅਸੀਂ ਇੱਕ ਦੋਹਾ ਪੜ੍ਹਨਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਉਹਦਾ ਸਵਾਲ ਇਹ ਸੀ ਕਿ ਰਾਜ ਕਰੇਗਾ ਖਾਲਸਾ ਦਾ ਸੰਕਲਪ ਜਿਹੜਾ ਹੈ, ਇਹ ਸਿੱਖ ਦੇ ਅਵਚੇਤਨ ਦੇ ਮਨ ਦੇ ਵਿੱਚ ਪਿਆ ਹੀ ਹੈ ਕਿ ਕੇਵਲ ਉਹ ਬੋਲਦਾ ਹੀ ਹੈ? ਇਹ ਸਵਾਲ ਸਾਨੂੰ ਕਦੀ ਕਿਸੇ ਨੇ ਨਹੀਂ ਕੀਤਾ ਕਿ ਰਾਜ ਕਰੇਗਾ ਖਾਲਸਾ ਦਾ ਸੰਕਲਪ ਜਿਹੜਾ ਹੈ, ਉਹ ਸਿੱਖ ਦੇ ਅਵਚੇਤਨ ਮਨ ਦੇ ਵਿੱਚ ਪਿਆ ਵੀ ਹੈਗਾ ਕਿ ਸਿਰਫ ਉਹ ਸ਼ਬਦਾਂ 'ਚ ਬੋਲਣ ਤੱਕ ਹੀ ਸੀਮਤ ਹੈ। ਫਿਰ ਇਸ ਤੋਂ ਬਾਅਦ ਗੱਲਾਂ ਹੁੰਦੀਆਂ ਨੇ। ਸਰਦਾਰ ਅਜਮੇਰ ਸਿੰਘ ਇੱਕ ਬੜੀ ਪਿਆਰੀ ਉਦਾਹਰਨ ਦਿੰਦੇ ਨੇ ਉਸ ਵੇਲੇ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਸ ਤੋਂ ਬਾਅਦ ਰਾਤ ਨੂੰ ਦੀਪ ਇਸ ਮੁੱਦੇ ਦੇ ਉੱਪਰ ਲਾਈਵ ਵੀ ਹੁੰਦਾ ਹੈ, ਇੱਕ ਸਟੇਜ ਦੇ ਉੱਪਰ ਬੋਲਦਾ, ਬਹੁਤ ਪਿਆਰਾ ਬੋਲਦਾ ਹੈ, ਔਰ ਇੰਨਾ ਪਿਆਰਾ ਬੋਲਦਾ ਹੈ ਨਾ ਜਿੰਨਾ ਪਿਆਰਾ ਅਸੀਂ ਉਸ ਨੂੰ ਸਵਾਲ ਦਾ ਜਵਾਬ ਦੇ ਨਹੀਂ ਸੀ ਸਕੇ। ਉਹ ਇੰਨੇ ਵਧੀਆ ਰੂਪ 'ਚ ਉਸ ਨੂੰ ਪੇਸ਼ ਕਰਦਾ। ਇਹ ਉਹਦੀ ਪੇਸ਼ਕਾਰੀ ਹੈ, ਬਹੁਤ ਵਧੀਆ ਰੂਪ ਦੇ ਵਿੱਚ। ਸਰਦਾਰ ਅਜਮੇਰ ਸਿੰਘ ਕਹਿੰਦੇ ਨੇ ਕਿ ਦਿੱਲੀ ਇੱਕ ਸੋਹਣਾ ਸ਼ਹਿਰ ਹੈ। ਅਸੀਂ ਏਅਰਪੋਰਟ 'ਤੇ ਜਾਂਦੇ, ਮਾਰਕੀਟ 'ਚ ਜਾਂਦੇ, ਗੁਰਦੁਆਰਿਆਂ 'ਚ ਜਾਂਦੇ, ਸਾਨੂੰ ਦਿੱਲੀ ਚੰਗੀ ਲੱਗਦੀ ਹੈ ਨਾ ਉਦੋਂ, ਵੀ ਸਾਫ਼ ਸੁਥਰਾ ਸ਼ਹਿਰ ਹੈ, ਸਾਡੇ ਗੁਰਧਾਮ ਨੇ, ਅਸੀਂ ਇੱਥੋਂ ਏਅਰਪੋਰਟ ਤੋਂ ਵਿਦੇਸ਼ਾਂ 'ਚ ਜਾਣਾ ਹੈ, ਇੱਥੋਂ ਆਉਣਾ ਹੈ। ਉਦੋਂ ਦਿੱਲੀ ਸਾਡੇ ਵਾਸਤੇ ਇੱਕ ਸ਼ਹਿਰ ਹੈ। ਪਰ ਜਦੋਂ ਸਿੱਖ ਦੇ ਮਨ ਦੇ ਅੰਦਰ ਸੰਘਰਸ਼ ਦੀ ਗੱਲ ਆਉਂਦੀ ਹੈ, ਫਿਰ ਉਹਦੇ ਅਵਚੇਤਨ ਮਨ ਦੇ ਵਿੱਚ ਇੱਕ ਖਿਆਲ ਪਿਆ ਕਿ ਮੈਂ ਦਿੱਲੀ ਨੂੰ ਜਿੱਤਣਾ। ਉਹ ਜਦੋਂ ਵੀ ਕੋਈ ਚੰਗਾ ਆਗੂ ਮਿਲਦਾ ਹੈ ਨਾ, ਉਹਦੇ ਅਵਚੇਤਨ ਮਨ ਦੇ ਅੰਦਰ ਜਿਹੜੀ ਖਾਲਸਾਈ ਰਾਜ ਦੀ ਲਾਲਸਾ ਤੇ ਦਿੱਲੀ ਨੂੰ ਫਤਿਹ ਕਰਨ ਦੀ ਲਾਲਸਾ, ਉਹ ਬਘੇਲ ਸਿੰਘ ਅੰਦਰੋਂ ਫਿਰ ਪ੍ਰਗਟ ਹੋ ਜਾਂਦਾ। ਇਹ ਅਵਚੇਤਨ ਮਨ ਹੈ, ਹਰ ਸਿੱਖ ਦੇ ਮਨ ਦੇ ਅੰਦਰ ਪਿਆ ਹੈ। ਗੱਲ ਹੈ ਕਿ ਆਗੂ ਤੇ ਸੰਘਰਸ਼, ਜਦੋਂ ਆਗੂ ਤੇ ਸੰਘਰਸ਼ ਇੱਕ ਪੱਧਰ ਦੇ ਰੂਪ ਦੇ ਉੱਪਰ ਜਾ ਕੇ ਕੌਮ ਦੀ ਇਸ ਅਵਚੇਤਨ ਮਨ ਅੰਦਰ ਪਈ ਤਾਂਘ ਨੂੰ ਸਮਝਦੇ ਨੇ, ਤਾਂ ਫਿਰ ਸੋਚਦਾ ਕਹਿੰਦਾ ਨਹੀਂ ਦਿੱਲੀ ਨੂੰ ਫਤਿਹ ਕਰਨਾ ਹੈ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਕਵੀਸ਼ਰ ਸਾਹਿਬਾਨ ਨੇ ਬਹੁਤ ਪਿਆਰੀ ਗੱਲ ਕੀਤੀ ਨਾ ਕਿ ਦਿੱਲੀ ਫਤਿਹ ਦਾ ਝੰਡਾ ਕੱਢਣਾ ਹੈ, ਉਹ ਸਾਡੇ ਅਵਚੇਤਨ ਮਨ 'ਚ ਪਿਆ। ਜਦੋਂ ਅਵਚੇਤਨ ਮਨ ਨੂੰ ਪੜ੍ਹਨਾ ਬੰਦਾ ਸਿੱਖ ਜਾਂਦਾ, ਇਹੀ ਮਨੁੱਖ ਦਾ ਸਭ ਤੋਂ ਵੱਡਾ ਪ੍ਰਚਾਰ ਹੁੰਦਾ। ਦੀਪ ਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਤੁਹਾਡੇ ਅਵਚੇਤਨ ਮਨ ਨੂੰ ਟੁੰਬ ਰਹੀਆਂ ਸੀ। ਨਹੀਂ ਤੇ ਸੱਚ ਜਾਣਿਓ, ਅਸਲੀਅਤ ਤਾਂ ਇਹ ਹੁੰਦੀ ਹੈ ਕਿ ਉਹ ਗੱਲਾਂ ਦਾ ਸਾਰਿਆਂ ਨੂੰ ਹੀ ਪਤਾ ਹੁੰਦਾ। ਮਿਲਿੰਦ ਪ੍ਰਸ਼ਨ ਇੱਕ ਬੁੱਧ ਧਰਮ ਦੀ ਕਿਤਾਬ ਹੈ, ਬੜੀ ਮਸ਼ਹੂਰ। ਉਹਦੇ ਵਿੱਚ ਬੁੱਧ ਧਰਮ ਦੇ ਪ੍ਰਚਾਰਕ ਨਾਗਸੈਨ
ਤੇ ਰਾਜਾ ਮਿਲਿੰਦ ਦੇ ਆਪਸ 'ਚ ਸਵਾਲ ਜਵਾਬ ਨੇ। ਪਹਿਲਾਂ ਪਾਲੀ ਭਾਸ਼ਾ ਦੇ ਵਿੱਚ ਸੀ, ਉਸ ਤੋਂ ਬਾਅਦ ਉਹ ਸੰਸਕ੍ਰਿਤ ਤੇ ਫਿਰ ਹਿੰਦੀ ਦੇ ਵਿੱਚ ਵੀ ਉਹ ਆਈ। ਉਹਨਾਂ ਸਵਾਲਾਂ ਨੂੰ ਤੇ ਜਵਾਬਾਂ ਨੂੰ ਪੜ੍ਹਨ ਦੀ ਬੜੀ ਲੋੜ ਹੈ, ਕਿਉਂਕਿ ਉਹ ਸਵਾਲ ਨੇ ਜਿਹੜੇ ਕਿਤੇ ਨਾ ਕਿਤੇ ਅਵਚੇਤਨ 'ਚ ਪਏ ਨੇ। ਕਈ ਵਾਰੀ ਪੁੱਛੇ ਨਹੀਂ ਜਾਂਦੇ ਤੇ ਕਈ ਵਾਰੀ ਯਾਦ ਵੀ ਨਹੀਂ ਰਹਿੰਦਾ ਇਹ ਸਵਾਲ ਕਰਨਾ। ਉਹਦੇ 'ਚ ਸਵਾਲ ਬੜਾ ਅਹਿਮ ਹੈ। ਦੀਪ ਦੀ ਪੇਸ਼ਕਾਰੀ ਦਾ ਜਵਾਬ ਉਹਨਾਂ ਸਵਾਲਾਂ 'ਚ ਪਿਆ। ਉਹ ਸਵਾਲ ਪਤਾ ਕੀ ਹੈ? ਨਾਗਸੈਨ ਨੂੰ ਰਾਜਾ ਮਿਲਿੰਦ ਸਵਾਲ ਕਰਦਾ ਹੈ, ਕਹਿੰਦਾ ਜਾਣਕਾਰੀ ਤੇ ਗਿਆਨ 'ਚ ਅੰਤਰ ਕੀ ਹੈ? ਜਾਣਕਾਰੀ ਤੁਸੀਂ ਅੱਜ ਫੋਨ ਕੱਢ ਲਓ, ਤੁਹਾਨੂੰ ਸਾਰੀ ਜਾਣਕਾਰੀ ਹੈ। ਅੱਜ ਕਿੱਥੇ ਐਕਸੀਡੈਂਟ ਹੋਇਆ, ਅੱਜ ਕੀ ਹੋਇਆ, ਅੱਜ ਕੀ ਹੋਇਆ, ਅੱਜ ਕੀ ਹੋਇਆ, ਕੱਲ੍ਹ ਕੀ ਹੋਇਆ ਸੀ, ਪਰਸੋਂ ਕੀ ਹੋਇਆ, ਜਾਂ ਤਾਰੀਖ ਦੇ ਵਿੱਚ ਕੀ ਹੋਇਆ ਸੀ, ਇਹ ਜਾਣਕਾਰੀ ਹੈ। ਔਰ ਦੁਨੀਆ ਦੀ ਹਰ ਭਾਸ਼ਾ ਦੇ ਵਿੱਚ ਇਹ ਦੋ ਸ਼ਬਦ ਵੱਖ-ਵੱਖ ਨੇ, ਨੌਲੇਜ ਤੇ ਇਨਫੋਰਮੇਸ਼ਨ, ਜਾਣਕਾਰੀ ਤੇ ਗਿਆਨ। ਤੇ ਸਾਨੂੰ ਵੇਖਣ ਨੂੰ ਲੱਗਦਾ ਇੱਕੋ ਹੀ ਗੱਲ ਹੈ ਵੀ ਫਲਾਣੇ ਨੂੰ ਬੜੀ ਜਾਣਕਾਰੀ ਹੈ, ਫਲਾਣੇ ਨੂੰ ਬੜਾ ਗਿਆਨ ਹੈ। ਪਰ ਇਹਨਾਂ ਸ਼ਬਦਾਂ ਦਾ ਜਿਹੜਾ ਅੰਤਰ ਹੈ ਨਾ, ਜਿੱਦਣ ਅੰਤਰ ਨੂੰ ਸਮਝ ਕੇ ਅਸੀਂ ਆਪਣੇ ਆਪ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਨਾ, ਫਿਰ ਸਾਨੂੰ ਪਤਾ ਲੱਗੇਗਾ ਕਿ ਦਰਅਸਲ ਜਾਣਕਾਰੀ ਤੇ ਗਿਆਨ ਦਾ ਅੰਤਰ ਕੀ ਹੈ। ਹੁਣ ਬੜੇ ਸੌਖੇ ਸ਼ਬਦਾਂ ਦੇ ਵਿੱਚ ਜਿਹੜਾ ਨਾਗਸੈਨ ਹੈ ਉਹ ਸਮਝਾਉਂਦਾ। ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਕਿ ਰਾਜਨ, ਤੂੰ ਕਦੀ ਕਿਸੇ ਕਿਸਾਨ ਨੂੰ ਕਣਕ ਵੱਢਦੇ ਵੇਖਿਆ? ਕਹਿੰਦਾ ਹਾਂ ਵੇਖਿਆ। ਕਹਿੰਦਾ ਉਹਦੇ ਤੋਂ ਬਾਅਦ? ਕਹਿੰਦਾ ਉਹਦੇ ਤੋਂ ਬਾਅਦ ਉਹ ਦਾਣਿਆਂ ਦੀ ਸੰਭਾਲ ਕਰਦਾ। ਇਹ ਜਾਣਕਾਰੀ ਹੈ, ਇਹ ਤੁਹਾਨੂੰ ਵੀ ਹੈ, ਇਹ ਮੈਨੂੰ ਵੀ ਹੈ। ਸਾਡੀ ਅਪਰੋਚ ਜਾਣਕਾਰੀ ਤੱਕ ਹੁੰਦੀ ਹੈ, ਸਾਡੀ ਪਹੁੰਚ ਜਾਣਕਾਰੀ ਤੱਕ ਹੁੰਦੀ ਹੈ। ਕਹਿੰਦਾ ਇਹ ਜਾਣਕਾਰੀ ਹੈ ਨਾ ਤੈਨੂੰ ਕਿ ਕਿਸਾਨ ਕਣਕ ਵੱਢਦਾ ਤੇ ਦਾਣੇ ਜਿਹੜੇ ਨੇ ਉਹ ਘਰ ਲੈ ਜਾਂਦਾ? ਕਹਿੰਦਾ ਹਾਂ। ਕਹਿੰਦਾ ਗਿਆਨ ਪਤਾ ਕੀ ਹੈ? ਕਿ ਕਿਸਾਨ ਨੇ ਕਿੰਨੇ ਦਾਣੇ ਵੇਚਣੇ ਨੇ, ਕਿੰਨੇ ਉਸਨੇ ਅਗਲੇ ਸਾਲ ਬੀਜ ਪਾਉਣ ਵਾਸਤੇ ਰੱਖਣੇ ਨੇ, ਕਿੰਨੇ ਉਸਦੇ ਘਰ ਖਾਣ ਵਾਸਤੇ ਰੱਖਣੇ ਨੇ, ਤੇ ਕਿੰਨੇ ਉਸਦੀਆਂ ਦੇਣਦਾਰੀਆਂ ਨੇ, ਤੇ ਕਿੰਨਾ ਉਸਦਾ ਅਗਲਾ ਮੁਨਾਫਾ ਹੋਣਾ। ਉਸ ਤੋਂ ਅਗਲੀ ਗੱਲ ਕਰਨੀ, ਐਕਸੀਡੈਂਟ ਦਾ ਹੋ ਜਾਣਾ ਤੇ ਸਾਨੂੰ ਅਖਬਾਰ 'ਚੋਂ ਪੜ੍ਹ ਕੇ ਪਤਾ ਲੱਗ ਜਾਣਾ ਕਿ ਬੱਸ ਖੱਡ 'ਚ ਡਿੱਗੀ ਹੈ, ਇਹ ਜਾਣਕਾਰੀ ਹੈ। ਪਰ ਉਹਦੇ ਕਾਰਨਾਂ ਦੀ ਸ਼ਨਾਖਤ ਕਰਨੀ ਕਿ ਡਰਾਈਵਰ ਨੂੰ ਨੀਂਦ ਆ ਗਈ ਜਾਂ ਬੱਸ ਦੀ ਬ੍ਰੇਕ ਫੇਲ ਹੋ ਗਈ, ਇਹ ਗਿਆਨ ਦੇ ਦਾਇਰੇ 'ਚ ਆ ਜਾਂਦਾ ਕਿ ਜੋ ਦਿਸ ਰਿਹਾ ਹੈ ਉਹਦੇ ਪਿਛਲੇ ਕਾਰਨ ਦੀ ਜਿਹੜੀ ਘੋਖ ਕਰਨੀ ਉਹ ਗਿਆਨ ਹੁੰਦਾ ਹੈ। ਔਰ ਜੇਕਰ ਤੁਸੀਂ ਸੋਕਰੇਟਸ ਨੂੰ, ਜਿਸ ਨੂੰ ਸਕਰਾਤ ਕਿਹਾ ਜਾਂਦਾ ਹੈ, ਉਹਨੂੰ ਪੜ੍ਹਨ ਦਾ ਮੌਕਾ ਮਿਲੇ ਨਾ, ਉਹ ਕਹਿੰਦਾ ਕਿ ਜੋ ਵੀ ਦਿਸ ਰਿਹਾ ਤੇ ਜੋ ਵੀ ਹੋ ਰਿਹਾ ਕਾਰਨ ਤੋਂ ਬਿਨਾਂ ਹੋ ਹੀ ਨਹੀਂ ਰਿਹਾ। ਕਹਿੰਦਾ ਇੱਕ ਵਿਅਕਤੀ ਖੜਾ, ਮੈਂ ਖੜਾ ਹਾਂ ਇੱਥੇ, ਜਾਂ ਮਾਈਕ ਤੁਸੀਂ ਵੇਖ ਰਹੇ ਹੋ ਨਾ, ਮਾਈਕ ਦਾ ਪਰਛਾਵਾਂ ਬਣ ਹੀ ਨਹੀਂ ਸਕਦਾ ਜੇ ਲਾਈਟ ਦਾ ਸਰੋਤ ਨਾ ਹੋਵੇ। ਉਹ ਕਹਿੰਦਾ ਜੇ ਇੱਕ ਪਰਛਾਵਾਂ ਵੀ ਬਣ ਰਿਹਾ ਨਾ ਤਾਂ ਉਹਦੇ ਪਿੱਛੇ ਵੀ ਇੱਕ ਕਾਰਨ ਹੈ। ਉਸ ਕਾਰਨ ਦੀ ਸ਼ਨਾਖਤ ਕਰਨੀ ਗਿਆਨ ਹੈ। ਜਦੋਂ ਦੀਪ ਇਹ ਗੱਲ ਕਹਿੰਦਾ ਸੀ ਜੰਗ ਹੋਂਦ ਦੀ ਹੈ, ਜੰਗ ਫੈਡਰਲ ਸਟਰਕਚਰ ਦੀ ਹੈ, ਜੰਗ ਰਾਜਾਂ ਦੇ ਵੱਧ ਅਧਿਕਾਰਾਂ ਦੀ ਹੈ, ਇਹ ਗੱਲ ਕਿਉਂ ਆ ਰਹੀ ਸੀ? ਇਹ ਇਸ ਕਰਕੇ ਆ ਰਹੀ ਸੀ ਕਿ ਕਿਤੇ ਨਾ ਕਿਤੇ ਕੇਂਦਰੀ ਹਕੂਮਤ ਸਾਰੀਆਂ ਹੀ ਤਾਕਤਾਂ ਦਾ ਏਕਾ ਕੇਂਦਰੀਕਰਨ ਕਰਕੇ ਆਪਣੇ ਹੱਥਾਂ ਦੇ ਵਿੱਚ ਲੈਂਦੀ ਜਾ ਰਹੀ ਹੈ। ਉਹ ਹੋਇਆ, ਤੁਸੀਂ ਵੇਖਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB, ਜਿਹੜੇ ਇਸ ਹਾਈਡਲ ਪ੍ਰੋਜੈਕਟ ਦੇ ਵਿੱਚੋਂ ਪਾਣੀ ਤੋਂ ਬੱਤੀ ਪੈਦਾ ਕੀਤੀ ਜਾਂਦੀ ਸੀ, ਇਹਦੇ ਵਿੱਚ ਜਿਹੜੇ ਬੋਰਡ ਦੇ ਮੈਂਬਰ ਹੁੰਦੇ ਸੀ, ਉਹਦਾ ਜਿਹੜਾ ਚੇਅਰਮੈਨ ਸੀ ਉਹ ਕਦੀ ਵੀ ਉਸ ਸਟੇਟ ਦਾ ਨਹੀਂ ਸੀ ਹੁੰਦਾ ਜਿਹੜਾ ਸਟੇਟ ਇਸ ਪਾਣੀ ਜਾਂ ਬੱਤੀ ਦਾ ਲਾਭ ਪਾਤਰ ਹੋਵੇ। ਪਰ 4 ਸਾਲ ਪਹਿਲਾਂ ਉਹਨਾਂ ਨੇ ਲਾਭ ਪਾਤਰ ਸਟੇਟ ਹਿਮਾਚਲ ਦਾ ਵਿਅਕਤੀ ਇਹਦਾ ਚੇਅਰਮੈਨ ਲਾ ਦਿੱਤਾ, ਕਿਉਂਕਿ ਸਾਨੂੰ ਜਾਣਕਾਰੀ ਤਾਂ ਸੀ, ਗਿਆਨ ਨਹੀਂ ਸੀ ਕਿ ਇਹਦਾ ਨੁਕਸਾਨ ਕੀ ਹੋਵੇਗਾ। ਜਾਣਕਾਰੀ ਸੀ, ਅਖਬਾਰਾਂ 'ਚ ਪੜ੍ਹਿਆ ਕਿ ਆਹ ਵਾਲਾ IAS ਆਫੀਸਰ ਜਿਹੜਾ ਇਹ ਹੁਣ BBMB ਦਾ ਚੇਅਰਮੈਨ ਹੈ, ਇਹ ਜਾਣਕਾਰੀ ਸੀ। ਇਹਦਾ ਨੁਕਸਾਨ ਕੀ ਹੋਵੇਗਾ? ਨੁਕਸਾਨ ਇਹ ਹੋਇਆ ਕਿ ਹੌਲੀ ਹੌਲੀ ਪੰਜਾਬ ਦੀ ਦਾਅਵੇਦਾਰੀ ਖਤਮ ਕਰ ਦਿੱਤੀ ਗਈ। ਦਾਅਵੇਦਾਰੀ ਖਤਮ ਕਰਨ ਤੋਂ ਬਾਅਦ ਹੁਣ ਜਦੋਂ ਤੁਹਾਡੇ ਕਾਰਡ ਵਾਲੇ ਮੀਟਰ ਦੀ ਗੱਲ ਕਰ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਬਿਜਲੀ ਦਾ ਪਰ ਯੂਨਿਟ ਰੇਟ ਹੈ, ਜੇਕਰ ਅਸੀਂ ਪਾਣੀ ਤੋਂ ਬਿਨੀ ਬਿਜਲੀ ਜਿਹੜੀ ਹੈ ਉਹ ਲੈਂਦੇ ਸੀ ਤੇ ਸਾਨੂੰ ਪਰ ਯੂਨਿਟ ਜਿਹੜਾ ਇਹਦਾ ਰੇਟ ਹੈ ਉਹ ਪੈਂਦਾ ਸੀ 36 ਤੋਂ 40 ਪੈਸੇ। ਪਰ ਹੁਣ ਜਦੋਂ ਤੁਸੀਂ ਥਰਮਲ ਪਲਾਂਟ ਦੀ ਬਿਜਲੀ ਲਓਗੇ ਤੇ ਤੁਹਾਨੂੰ ਇਹ 200 ਰੁਪਏ ਪਰ ਯੂਨਿਟ ਤੱਕ ਵੀ ਜਾ ਸਕਦਾ, ਤੇ ਮਾਫ ਕਰਨਾ 20 ਰੁਪਏ ਪਰ ਯੂਨਿਟ ਤੱਕ, 5 ਤੋਂ ਸ਼ੁਰੂ ਹੋਵੇਗਾ 20 ਤੱਕ ਜਾ ਸਕਦਾ ਹੈ। ਤੇ ਜਿਹੜੀ ਬਿਜਲੀ ਤੁਸੀਂ ਪੁਰਾਣੇ ਸਾਲਾਂ ਦੇ ਵਿੱਚ ਇਸ ਹਾਈਡਲ ਪ੍ਰੋਜੈਕਟ ਤੋਂ
144 ਕਰੋੜ ਦੀ ਖਰੀਦਣੀ ਹੈ, ਉਹੀ ਬਿਜਲੀ ਤੁਹਾਨੂੰ ਅੱਜ ਕਿਸੇ ਥਰਮਲ ਪ੍ਰੋਜੈਕਟ ਤੋਂ ਖਰੀਦਣੀ ਪਵੇ ਤੇ ਤੁਹਾਨੂੰ 2100 ਕਰੋੜ ਦੇਣਾ ਪਵੇਗਾ। ਉਹ ਬੋਝ ਕਿਹਨਾਂ ਤੇ ਪਵੇਗਾ? ਸਾਡੇ ਤੇ, ਸਾਰਿਆਂ ਦੇ ਉੱਪਰ। ਸੋ ਜਿਹੜੀ ਚੀਜ਼ 144 ਰੁਪਏ ਦੀ ਸੀ ਉਹ 2100 ਰੁਪਏ ਦੀ ਸਿੱਧੀ ਹੋ ਜਾਂਦੀ ਹੈ। ਕਾਰਨ ਜਦੋਂ ਇਹ ਵਰਤਾਰਾ ਵਾਪਰਿਆ ਉਦੋਂ ਸਾਡੀਆਂ ਚੇਤਨ ਧਿਰਾਂ ਨੇ ਇਹਦੇ ਖਿਲਾਫ ਆਵਾਜ਼ ਨਹੀਂ ਚੁੱਕੀ।